हाँ जी, सारे बच्चों ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਸਟੱਡੀ ਗਰੁੱਪ ਦੇ ਆਨਲਾਈਨ ਪਲੇਟਫਾਰਮ ਤੇ। ਸੋ ਫਟਾਫਟ ਸਾਰੇ ਜਣੇ ਲਾਈਵ ਜੁੜ ਜਾਓ ਵੀ, ਤਾਂ ਕਿ ਆਪਾਂ ਸੈਸ਼ਨ ਨੂੰ ਸਟਾਰਟ ਕਰੀਏ। ਅੱਜ ਮੈਂ ਬਿਲਕੁਲ ਸਮਾਂ ਦੇ ਉੱਤੇ ਆਇਆ ਹਾਂ 7 ਵਜੇ ਦਾ ਟਾਈਮ, ਤੇ 7 ਵਜੇ ਬਿਲਕੁਲ ਰਾਈਟ ਪਹੁੰਚ ਚੁੱਕੇ ਹਾਂ ਆਪਾਂ ਤੁਹਾਡੇ ਸਾਹਮਣੇ। ਆਪਾਂ ਕਰ ਰਹੇ ਸੀਗੇ ਪ੍ਰੋਬਲਮਸ ਆਫ ਏजेस, ਹਨਾ, ਉਮਰਾਂ ਦੇ ਉੱਤੇ ਆਧਾਰਿਤ, ਜਿਹਦੇ ਵਿੱਚ ਦੇਖੋ ਬੱਚਾ ਜਨਮ ਲੈਂਦਾ ਹੈ, ਹਨਾ, ਤੁਰਦਾ ਹੈ, ਥੋੜਾ ਵੱਡਾ ਹੁੰਦਾ ਹੈ, ਫਿਰ ਉਸ ਤੋਂ ਵੱਡਾ ਹੁੰਦਾ ਹੈ, ਫਿਰ ਉਸ ਤੋਂ ਵੱਡਾ, ਹਨਾ, ਫਿਰ ਬਿਜ਼ਨਸਮੈਨ, ਫਿਰ ਥੋੜਾ ਜਿਹਾ ਬੁੱਢਾ, ਫਿਰ ਜਮਾ ਹੀ ਬੁੱਢਾ ਹੋ ਜਾਂਦਾ ਹੈ, ਔਰ ਲਾਸਟ ਵਿੱਚ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ, ਹਨਾ। ਤੇ ਇਹ ਸਾਰੇ ਦਾ ਸਾਰਾ ਆਪਾਂ ਏजेस ਇਹੀ ਪੜ੍ਹ ਰਹੇ ਹਾਂ। ਆਪਾਂ ਇਹੀ ਪੜ੍ਹ ਰਹੇ ਹਾਂ ਨਾ, 10 ਸਾਲਾਂ ਬਾਅਦ ਉਹਦੀ ਉਮਰ ਕੀ ਹੋਏਗੀ, 10 ਸਾਲਾਂ ਪਹਿਲਾਂ ਉਹਦੀ ਉਮਰ ਕੀ ਹੋਏਗੀ, ਐਵੇਂ ਦੇ ਕੁਐਸਚਨ ਆ ਰਹੇ ਨੇ ਨਾ ਆਪਣੇ ਕੋਲੇ। ਬਹੁਤ ਵਧੀਆ, ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਵੀ। ਮਾਨਸੀ ਹਿੰਸਾ, ਮਨੀਸ਼ਾ, ਦੀਪ ਗਗਨ, ਜਸਵਿੰਦਰ, ਸਮਨਦੀਪ ਕੌਰ, ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਘਰੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਆਪਦੀ ਸਟੱਡੀ ਨੂੰ ਪ੍ਰੀਪੇਅਰ ਕਰ ਰਹੇ ਨੇ। ਆਈ ਹੋਪ, ਮੈਂ ਆਸ਼ਾ ਕਰਦਾ ਹਾਂ। ਹਾਂਜੀ, ਸਟਾਰਟ ਕਰੀਏ ਫਿਰ ਆਪਾਂ ਅੱਜ ਦਾ ਸੈਸ਼ਨ। ਇੱਕ ਵਾਰੀ ਥੰਬ ਦੇ ਨਾਲ ਦੱਸ ਦਿਓ ਵੀ ਕਿ ਸਰ ਸੈਸ਼ਨ ਨੂੰ ਸ਼ੁਰੂ ਕੀਤਾ ਜਾਵੇ। ਜਲਦੀ। ਯੈਸ, ਜਸਵਿੰਦਰ ਸਿੰਘ ਤਿਆਰ ਨੇ, ਸਮਨਦੀਪ ਕੌਰ ਵੀ ਤਿਆਰ ਨੇ, ਬਹੁਤ ਵਧੀਆ ਵੀ। ਔਰ ਸਭ ਤੋਂ ਪਹਿਲਾਂ ਮੈਂ ਪੰਜਾਬ ਸਟੱਡੀ ਗਰੁੱਪ ਦਾ ਇੱਕ ਸ਼ੁਕਰਗੁਜ਼ਾਰ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਮੈਨੂੰ ਇਸ ਪਲੇਟਫਾਰਮ ਤੇ ਰੀਜ਼ਨਿੰਗ, ਉਸ ਤੋਂ ਬਾਅਦ ਮੈਥਸ, ਔਰ ਉਸ ਤੋਂ ਬਾਅਦ ਕੰਪਿਊਟਰ ਦੀ ਜਿਹੜੀ ਕਲਾਸਾਂ ਦਿੱਤੀਆਂ ਨੇ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਤੇ ਬਿਲੀਵ ਕੀਤਾ ਕਿ ਮੈਂ ਬੱਚਿਆਂ ਨੂੰ ਕੁਝ ਸਮਝਾ ਸਕਦਾ। ਸੋ ਮੈਂ ਜਿੰਨਾ ਇਨਪੁਟ ਤੁਹਾਨੂੰ ਦੇ ਰਿਹਾ ਹਾਂ, ਉਸੇ ਹੀ ਤਰ੍ਹਾਂ ਤੁਸੀਂ ਵੀ ਆਊਟਪੁੱਟ ਦੇਣਾ। ਤੁਹਾਡਾ ਰਿਜ਼ਲਟ ਆਵੇ ਤੇ ਰਿਜ਼ਲਟ ਵਾਲੇ ਦਿਨ ਇੰਨੇ ਫੋਨ ਆਉਣ ਪੰਜਾਬ ਸਟੱਡੀ ਗਰੁੱਪ ਕੋਲੇ ਕਿ ਉਹ ਵੀ ਇਹ ਸੋਚਣ ਵੀ ਹਾਂ ਸਿਲੈਕਸ਼ਨ ਹੋਏ ਨੇ ਇੰਨੇ। ਠੀਕ ਹੈ ਨਾ। ਚਲੋ ਬੱਚਿਓ, ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਸੈਸ਼ਨ। ਪ੍ਰੋਬਲਮਸ ਆਫ ਏਜ, ਪਾਰਟ ਨੰਬਰ 2, ਐਪਟੀਟਿਊਡ ਕੁਐਸਚਨਸ ਫॉर ਪ੍ਰੈਕਟਿਸ। तो पहला ਆਪਾਂ ਪ੍ਰੈਕਟਿਸ ਕਰਾਂਗੇ। ਇਹ ਤਾਂ ਆਪਾਂ ਕੱਲ ਕੀਤਾ ਸੀਗਾ, ਹਨਾ, ਵੀ ਟੋਟਲ ਦੇ ਰੱਖਿਆ ਹੋਵੇ ਤਾਂ ਟੋਟਲ ਲਾਉਣਾ ਹੈ ਥੱਲੇ, डिफरेंस दे रखा होवे तो थल्ले डिफरेंस लाना है, है ना। ਇਹੋ ਜਿਹਾ ਕੁਝ ਦੱਸਿਆ ਸੀ ਕੱਲ ਆਪਾਂ, ਸਾਰੀ ਗੱਲਾਂ ਕੀਤੀਆਂ ਸੀਗੀਆਂ ਕੱਲ, ਬਿਲकुल। ਚਲੋ ਜੀ, ਅੱਜ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਚਲੋ ਜੀ, ਇਹ ਤਿੰਨ ਕੁਐਸਚਨ ਤੁਹਾਡੇ ਸਾਹਮਣੇ ਨੇ, ਫਟਾਫਟ ਉਡਾ ਦਿਓ। ਹਾਂਜੀ ਜਸਵਿੰਦਰ ਸਿੰਘ ਜੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। फटाफट इस क्वेश्चन उड़ा दो सारे जने। तीन क्वेश्चन ਤੁਹਾਡੇ ਸਾਹਮਣੇ ਨੇ, ਤਿੰਨਾਂ ਦੇ ਤਿੰਨੋਂ ਕਰੋ फटाफट। तीन ਦੇ तीन क्वेश्चन फटाफट उड़ा दो। 1 मिनट ਦਾ ਸਮਾਂ ਤੁਹਾਡੇ ਕੋਲੇ। लिखा करो भी अगे, 1 नंबर क्वेश्चन, ये 2 नंबर क्वेश्चन, आ 3 नंबर क्वेश्चन लिखा करो।
हाँ जी, 10 सेकंड का समा बचा है। चलो जी, देखियो भी पहला क्वेश्चन। पहले क्वेश्चन में क्या गया भी अनु ਅਤੇ ਦਾ ਜਿਹੜਾ ਰੇਸ਼ੋ ਹੈ ਉਹ 5:3 ਹੈ। फिर क्या गया वर्तमान उम्र का योग कितना है 40। ਆਪਾਂ ਨੂੰ पता है भी टोटल दे रखा है, थले भी की लवांगे इन्हां दा टोटल कितना आएगा 8 5 40, यानी एक पार्ट की वैल्यू कितनी आ गई 5 आ गई। हुण इनू इहदे नाल गुणा करांगे 5 नाल ते कितना आया 25 उम्र आ गई अनु दी। इहदी कितनी उम्र आ गई 15 आ गई। बस गल खत्म। उन्हें पूछा की है प्रिया की वर्तमान उम्र की है, तो प्रिया की वर्तमान उम्र कितनी है 15 ही है ना। प्रिया की वर्तमान उम्र कितनी है 15। आपां नूं सिर्फ 15 देना है, 25 तो देना ही नहीं। आपां नूं सिर्फ पूछा प्रिया की वर्तमान उम्र। अगे चलो, जेकर सुरेश की उम्र मुकेश की उम्र तो 18 वर्ष ज्यादा है, यानी सुरेश जिहड़ा है वो मुकेश तो 18 वर्ष ज्यादा है, ਇਹਦਾ ਭਾਵ ਇਹ ਹੋਇਆ ਵੀ 18 ਸਾਲ ਦਾ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ। ਤੇ ਇੱਥੇ ਡਿਫਰੈਂਸ ਕਿੰਨੇ ਦਾ ਹੈ 3 ਦਾ। ਇਹਦੇ ਵਿੱਚ 3 ਦਾ ਭਾਗ ਲਾ ਦਿਓ, ਕਿੰਨਾ ਆਇਆ 3 6 18, यानी एक पार्ट की वैल्यू 6 हो गई। ਇਹਨੂੰ 6 ਨਾਲ ਮਲਟੀਪਲਾਈ ਕਰਾਵਾਂਗੇ 42, ਇਹਨੂੰ भी 6 ਨਾਲ ਮਲਟੀਪਲਾਈ ਕਰਾਵਾਂਗੇ ਤਾਂ ਕਿੰਨਾ ਆਇਆ 24। ਹੁਣ ਇਹਨੇ ਪੁੱਛਿਆ ਕੀ ਹੈ, ਇਹਨੇ ਪੁੱਛਿਆ ਮੁਕੇਸ਼ ਦੀ ਉਮਰ ਕਿੰਨੀ ਹੈ, ਤਾਂ ਮੁਕੇਸ਼ ਦੀ ਉਮਰ ਕਿੰਨੀ ਹੈ 24 ਸਾਲ ਹੈ। ਕਿੰਨੇ ਸਾਲ ਹੈ 24 ਸਾਲ है। अगला क्वेश्चन, इन्हें क्या भी परसुन ते आंचल दोनों की वर्तमान उम्र 26 साल है, यानी दोनों की टोटल जिहड़ी है वो कितनी है 26 साल। आपां 26 दे विच किहदा भाग देवांगे टोटल दा कितना है 13। 13 दा भाग दो, एक पार्ट की वैल्यू कितनी आ गई 2 आ गई। जे एक पार्ट की वैल्यू 2 आ गई तो 8 दूनी 16 ते 5 दो आ लो जी। हुण उन्हें पूछा कि आपां नूं पूछा है परसुन की उम्र कितनी है, तो परसुन की उम्र कितनी है 16 साल है। बहुत वधिया भी सारे बच्चे आंसर सही दे रहे हैं मेरे नाल नाल, बहुत वधिया। हाँ जी, क्वेश्चन नंबर चौथा ते पंजवां करो जल्दी, चौथा ते पंजवां। चौथा ते पंजवां क्वेश्चन जल्दी उत्तर दो। चलो जी, इन्हें की क्या हेमा और श्यामा की उम्र का अनुपात 3:5 है। जेकर हेमा की उम्र श्यामा की उम्र तो 8 साल घट होवे, यानी इन्हां दोनों दे विच किन्ने दा अंतर है, इन्हां दोनों दे विच 2 दा अंतर है। और इत्थे किन्ने दा अंतर दे रखा 8 साल दा। 8 दे विच 2 दा भाग लाओ किन्ना आया 4। 4 ती है 12 ते 4 5 20। इन्हें पूछा की है तां दसो कि श्यामा श्यामा की उम्र 4 साल बाद कितनी होएगी। तो वर्तमान दे विच अगर जो 20 साल दे ने तो श्यामा की उम्र कितनी होएगी 24 साल होएगी कि नहीं होएगी, दसो भाई। मैं श्यामा की पूछी है, तुसीं सीमा की क्यों दस रहे हो, हेमा की क्यों दस रहे हो। श्यामा की कितनी होएगी 24 साल। उन्हें ये पूछा भी 4 साल बाद जे वर्तमान दे विच 20 साल दी है श्यामा
तो किन्ने दी होएगी हुण 24 साल की होएगी 4 साल बाद। दसो भाई गलत क्या कर रहे हो? दसो भाई फटाफट दसो गलत क्यों करा? गलत कार्य नहीं किया। ओके मिस्टेक हो गई, चलो आगे भी क्लियर नहीं सी, हुण क्लियर हो गया ना। ਆਪਾਂ ਨੂੰ ਕੀ ਲਿਖਿਆ ਇਹਨੇ, ਜੇਕਰ ਹੇਮਾ ਦੀ ਉਮਰ ਸ਼ਾਮਾ ਦੀ ਉਮਰ ਤੋਂ 8 ਸਾਲ ਘੱਟ ਹੈ, ਇਹਦਾ ਮਤਲਬ ਦੋਨਾਂ ਦੇ ਵਿੱਚ ਡਿਫਰੈਂਸ 2 ਦਾ ਹੈ ਤੇ 2 ਚੋਕੇ 8, ਹੁਣ 4 ਤੀਏ 12 4 ਚੌਕ 16। ਜਦੋਂ ਤੱਕ ਇੱਥੇ ਨਹੀਂ ਦਿੱਤਾ ਹੁੰਦਾ ਤੇ ਵਰਤਮਾਨ ਹੀ ਮੰਨਿਆ ਹੁੰਦਾ ਹੈ, ਇਹਨੂੰ ਵਰਤਮਾਨ ਹੀ ਮੰਨਣਾ ਚਾਹੀਦਾ ਹੈ। ਅੱਗੇ ਚਲੋ, ਸੋਨਲ ਅਤੇ ਸੋਨਮ 2:5 ਹੈ, ਦੋਨਾਂ ਦੀ ਉਮਰ ਦਾ ਗੁਣਾ, ਗੁਣਾ ਕਿੰਨਾ ਹੈ 90, ਇੱਧਰ ਗੁਣਾ ਕਿੰਨਾ ਹੈ 10, 10 ਦਾ ਭਾਗ ਲਾ ਦੋ किन्नी आ गई 9। लेकिन आपां नूं पता है जो गुणा होवे, जे दो संख्या होण तां की होएगा रूट, तो रूट कितना होया 3 दा, किहदा होया 3 दा। जे 2 है तो वो स्क्वायर रूट होएगी, और जे वो 3 जने तो वो क्यूब रूट होएगी। इनू 3 नाल मल्टीप्लाई करो, 3 दूनी 6, 3 5 15। बस उन्हें पूछा है दोनों की वर्तमान उम्र का जोड़ कितना होएगा, कितना होएगा 21। सिंपल कर लूंगे, बहुत वधिया भी, बहुत वधिया। कई बच्चों ने उत्तर सही दिते ने। हाँ जी क्लियर है। क्वेश्चन नंबर 6 ते 7वां करो जल्दी। 6 नंबर का उत्तर दसो पहला की आएगा। छठा नंबर क्वेश्चन कह रहा है इस समा अशोक की उम्र अते प्रदीप की उम्र का अनुपात 4:3 है। जेकर 6 साल बाद अशोक की उम्र 26 साल होए तो इस समय प्रदीप की उम्र की होएगी। देखते हैं कल जड़ा पढ़ाया वो आज समझ आया कि नहीं आया, पता लग जाएगा। चलो जी 6 नंबर क्वेश्चन की कहता है इस समा अशोक, ये तो है जी अशोक, इस समा अशोक की उम्र अते प्रदीप की उम्र, ये है प्रदीप की उम्र का अनुपात कितना है 4:3। फिर उन्हें कहा जेकर 6 साल बाद, किन्ने साल बाद 6 साल बाद किहदी उम्र अशोक की उम्र किन्नी होएगी 26 साल, किन्नी होएगी 26 साल। हुण एक गल दसो आद इहदा है वर्तमान उम्र का अनुपात, जो तक ना दिता हो मतलब वर्तमान कह दिता ए समा यानी वर्तमान, वर्तमान उम्र का अनुपात अशोक और प्रदीप का 4:3 है। इन्हें क्या 6 साल बाद सिर्फ किहदी अशोक की किन्नी उम्र हो जाएगी 26 साल। जे 6 साल बाद अशोक 26 साल का होएगा तो अज किन्ने साल का होएगा, अज 20 साल का होएगा या नहीं होएगा दसो भाई, अज 20 साल का होएगा कि नहीं होएगा अशोक, क्योंकि जे 6 साल बाद अशोक 26 साल का होएगा तो अज उहदा उम्र होएगी 20 साल की। और जे एवें लिखिया होंदा 6 साल बाद दोनों की उम्र 26 साल होएगी, 6 साल बाद दोनों की उम्र 26 साल होएगी, फिर तुसी किन्ने माइनस करने सीगे 12, क्योंकि 6 साल ये भी घटाएगा आपकी उम्र चों, 6 साल ये भी घटाएगा आपकी उम्र चों। क्लीयर है ना सारे दे।
बट इत्थे हुण सिर्फ 6 घटेगा क्योंकि अशोक दी नाल गल हो रही है। हुण अपने कोले 20 आ गई उम्र वर्तमान, तो 20 दे विच किहदा भाग देवांगे 4 दा, क्योंकि अशोक दी उम्र दे रखी है। तो एक पार्ट दी वैल्यू कितनी आ गई 5। हुण 5 30 कितना हो गया 15। बस, क्योंकि वर्तमान ही पूछी है कि इस समय प्रदीप की उम्र की होएगी, तो कितनी होएगी 15 साल। बहुत वधिया जसविंदर, दसो भाई समझ आ रहा है ना क्वेश्चन? क्वेश्चन का लैवल तुहाडे एग्जाम वर्गा है ना? तुहाडे एग्जाम च इहो ਜਿਹੇ क्वेश्चन ही पूछे हुए घुमा फिरा के थोड़े बहुत, बस ज्यादा नहीं पूछे। मैं की पूछया है? मैं पूछया है ते इस समय प्रदीप की उम्र कितनी है, ते इस समय का मतलब वर्तमान ही तो पूछी है। और आ की है, आ 6 साल बाद अशोक की उम्र कितनी है 26 साल, है ना? भी 6 साल बाद जे अशोक की उम्र 26 साल है तो अज वो उम्र कितनी होएगी वर्तमान दे विच इस समय कितनी होएगी 20 साल। तो 20 दे विच 4 का ही तो भाग लवांगे आपां। आ गई ना समझ? चलो जी अगला क्वेश्चन। राम जिहड़ा राम है अज अपने चाचा तो 30 साल छोटा है, यानी आप इत्थे लिखते हैं राम ते आ इहदा चाचा। राम ते इहदा की है चाचा। इन्हां दोनों दे विच कितने साल का अंतर है 30 साल का। आगे चलो, यानी राम आपके चाचा तो 30 साल छोटा है। क्लियर? फिर उन्हें क्या भी 5 साल पहला राम की उम्र उसके चाचा की उम्र तो 1/4 सी। हुण इत्थे देखो 5 साल पहला, क्लियर? भी 5 साल पहला जिहड़ी राम की उम्र सी उन्हें की किया उसके चाचा की उम्र की 1/4, यानी चाचा ओदा 4 सीगा ते राम कितना सी 1। ये गल समझ आई कि नहीं आई? मैं किवें लिखिया? मैं देखो की मन्निया, इन्हें क्या भी राम की उम्र, तो जिहड़ा बंदा पहले नंबर ते लिखिया हुंदा है ना बटे वाली रकम दे विच भी ओदी थां पहले नंबर ते हुंदी है। यानी राम की उम्र उसके चाचा की 1/4 सी, तो आपां नूं पता लग गया चाचा थल्ले वाला है तो आ कौन है राम। इन्नी गल क्लीयर होगी सारिਆਂ नूं? फटाफट दसो, इन्नी गल क्लीयर होगी भी राम ओदे चाचा का 1/4, तुसीं यही मनना है भी पहले नंबर ते जे राम लिखिया है तो उपर वाला राम का है, दूजे नंबर ते चाचा है तो चाचा थल्ले वाला है, बस गल खत्म। क्लीयर है ना? मैं जिवें कहां, मैं कहां मोहन की उम्र सोहन की उम्र का 2/3, मोहन की उम्र सोहन की उम्र का 2/3, तो यदा मतलब हो गया पहला मोहन आया है, यदा मतलब मोहन 2 है उपर वाला, तो सोहन की है 3। जिहड़ा पहला आया ਉਹਦੇ वास्ते पहले नंबर ते, जिहड़ा बाद आया ਉਹਦੇ वास्ते बाद। फर्स्ट इन फर्स्ट आउट, लास्ट इन लास्ट आउट। सही है ना? फर्स्ट इन फर्स्ट आउट और लास्ट इन लास्ट आउट। क्लियर है ना? ये गल सारे जने ध्यान रखियो। चलो भी अगे गल करते हैं आप। यस, अगे की क्या इन्हें राम की उम्र चाचे की उम्र की कितनी होगी 1/4 होगी, ठीक है जी। नैक्सट की क्या उन्हें, नैक्सट क्या था दसो कि अज तो 5 साल बाद, तो बस फिर आप पहला इतों तक क्वेश्चन सोल्व करांगे क्योंकि ये तो बाद की गल है भी बाद दसो 5 साल बाद की है 4 साल बाद की है, आप तो पहला इनू सोल्व करांगे। हुण देखो ये तो दे रखा है 5 साल पहला का रेशो और अपने को डिफरेंस कितना दे रखा है 30 साल। याद करो कुछ मैं कुछ दसिया सीगा, मैं तुहानू कुछ दसिया सीगा, याद करो कि डिफरेंस कभी भी बदलता नहीं है, डिफरेंस कभी भी बदलता नहीं है, दसिया सी ना? यस और नो? फटाफट दसो। ओके गुड।
ਹੁਣ ਦੇਖੋ ਅੰਤਰ ਆਪਣੇ ਕੋਲੇ 30 ਸਾਲ ਦਾ ਹੈ ਤਾਂ ਆਪਾਂ ਨੂੰ ਪਤਾ ਹੈ ਵੀ 5 ਸਾਲ ਪਹਿਲਾਂ ਵੀ ਅੰਤਰ ਕਿੰਨੇ ਦਾ ਸੀ 30 ਸਾਲਾਂ ਦਾ ਹੀ ਹੋਏਗਾ ਅੰਤਰ ਕਦੀ ਵੀ ਨਹੀਂ ਬਦਲਦਾ ਇਸ ਕਰਕੇ ਇਹਨਾਂ ਦੇ ਵਿੱਚ ਡਿਫਰੈਂਸ ਕਿੰਨੇ ਦਾ ਆਇਆ 3 ਦਾ ਤੁਸੀਂ 30 ਦੇ ਵਿੱਚ 3 ਦਾ ਭਾਗ ਦੇ ਦਿਓ 30 ਦੇ ਵਿੱਚ 3 ਦਾ ਭਾਗ ਦਿੱਤਾ ਇੱਕ ਪਾਰਟ ਦੀ ਵੈਲਿਊ 10 ਆ ਗਈ 10 ਏਕਮ 10 यानी राम की उम्र तो आ गई 10 साल और चाचे की उम्र कितनी आ गई 40 साल बट ये जिहड़ी उम्र है तुसी गुणा तो 5 साल पहला वाले रेशो ना किया है ना ਇਹਦਾ मतलब है कि ये 5 साल पहला की उम्र आ गई इन्हां दी यानी 5 साल पहला राम किन्ने दा सीगा 10 साल का ते 5 साल पहला चाचा किन्ने दा सीगा 40 साल का हुण उन्हें की पूछा तां दसो कि अज तो ਇਹਦਾ ਭਾਵ ਇਹ ਹੋਇਆ ਵੀ ਜੇ 5 ਸਾਲ ਪਹਿਲਾਂ ਰਾਮ 10 ਸਾਲਾਂ ਦਾ ਸੀਗਾ ਤੇ ਰਾਮ ਅੱਜ ਕਿੰਨੇ ਸਾਲਾਂ ਦਾ ਹੋਇਆ 15 ਸਾਲਾਂ ਦਾ ਪਹਿਲਾਂ ਤਾਂ ਇਹ ਕੱਢਣਾ ਪਏਗਾ ਵੀ ਰਾਮ ਅੱਜ ਐਟ ਪ੍ਰੈਜ਼ੈਂਟ ਕਿੰਨੇ ਸਾਲਾਂ ਦਾ ਹੈ 15 ਸਾਲਾਂ ਦਾ ਫਿਰ ਉਹਨੇ ਕਿਹਾ ਤਾਂ ਅੱਜ ਤੋਂ 5 ਸਾਲਾਂ ਬਾਅਦ ਰਾਮ ਦੇ ਚਾਚੇ ਦੀ ਉਮਰ ਕਿੰਨੀ ਹੋਏਗੀ ਰਾਮ ਦੇ ਚਾਚੇ ਦੀ ਇੱਧਰ ਆ ਜਾਓ ਚਾਚਾ ਕਿੰਨੇ ਦਾ ਹੋਏਗਾ ਅੱਜ 45 ਸਾਲਾਂ ਦਾ चाचा आज 45 साल का होएगा और आज तो 5 साल बाद चाचा कितने का होएगा 50 साल का होएगा या कितनी होएगा फटाफट दसो समझ आ गया कि नहीं आया जल्दी फटाफट दसो ही क्योंकि 30 साल का जो डिफरेंस है ਆਪਾਂ ਨੂੰ ਪਤਾ ਹੈ ਡਿਫਰੈਂਸ ਕਦੀ ਨਹੀਂ ਬਦਲਦਾ ਬਟ ਆ ਰੇਸ਼ੋ ਤਾਂ 5 ਸਾਲ ਪਹਿਲਾਂ ਦਾ ਹੈ ਨਾ ਇਹਦਾ ਮਤਲਬ 30 ਸਾਲ ਜਿਹੜੀ ਉਮਰ ਹੈ ਇਹ ਮੰਨ ਲਓ 5 ਸਾਲ ਪਹਿਲਾਂ ਦਾ ਡਿਫਰੈਂਸ ਸੀਗਾ ਵਰਤਮਾਨ 'ਚ ਵੀ ਡਿਫਰੈਂਸ 30 ਸਾਲਾਂ ਦਾ ਹੀ ਹੋਏਗਾ ਲੇਕਿਨ ਰੇਸ਼ੋ ਤਾਂ 5 ਸਾਲ ਪਹਿਲਾਂ ਦਾ ਹੈ ਨਾ ਇਹਦਾ ਮਤਲਬ ਰਾਮ ਦੀ ਉਮਰ 10 ਸਾਲ ਹੈ 5 ਸਾਲ ਪਹਿਲਾਂ ਤੇ ਚਾਚੇ ਦੀ ਉਮਰ ਹੈ 40 ਤੇ ਵਰਤਮਾਨ ਦੇ ਵਿੱਚ ਚਾਚਾ ਕਿੰਨੇ ਸਾਲਾਂ ਦਾ ਹੋਏਗਾ ਚਾਚਾ ਹੋਏਗਾ 45 ਸਾਲਾਂ ਦਾ वर्तमान दे विच चाचा 45 साल का होएगा फिर उन्हें की पूछा अज तो 5 साल बाद राम दे चाचे की उम्र कितनी होएगी 5 होर जोड़ दो कितनी होएगी 50 साल हाँ जी मनीषा जी रिपीट ही कर रहा मैं रिपीट दसो भी आ गई समझ यस या नो समझ आ गया कि नहीं आया मनीषा जी 2 बारी करता रिपीट मैं दोबारा फिर देख लो देखो राम ते चाचे का अनुपात कितना आ गया 1:4 आ गया ना 5 साल पहला का अनुपात दे रखा अपन ठीक है जी अपन पता है डिफरेंस किन्ने सालों का है 30 सालों का किहदे विच राम ते उहदे चाचे दे विच 30 सालों का डिफरेंस है डिफरेंस कभी बदलता नहीं तो तुसी 30 दे विच किहदा भाग दो 3 का क्योंकि डिफरेंस किन्ने का है 3 का अपने कोले रेशो कितना आ गया 10 10 एकम 10 ते 10 चौक 40 हुण आ जिहड़ी उम्र आई है ये तो 5 साल पहला दी आई है ना क्योंकि रेशो तो 5 साल पहला दा है ਆਪਾਂ ਨੂੰ ਪਤਾ ਹੈ ਜੇ 5 ਸਾਲ ਪਹਿਲਾਂ ਰਾਮ 10 ਸਾਲਾਂ ਦਾ ਸੀਗਾ ਤਾਂ ਅੱਜ ਕਿੰਨੇ ਦਾ ਹੋਏਗਾ 15 ਦਾ ਉਹਦਾ ਚਾਚਾ ਕਿੰਨੇ ਦਾ ਹੋਏਗਾ 45 ਦਾ ਇੱਥੋਂ ਤੱਕ ਪਹੁੰਚਣ ਤੋਂ ਬਾਅਦ ਉਹਨੇ ਕੀ ਕਿਹਾ ਅੱਜ ਤੋਂ 5 ਸਾਲਾਂ ਬਾਅਦ ਰਾਮ ਦੇ ਚਾਚੇ ਦੀ ਉਮਰ ਕੀ ਹੋਏਗੀ ਤੇ ਕਿੰਨੀ ਹੋਏਗੀ 50 ਹੀ ਹੋਏਗੀ 5 ਹੋਰ ਜੋੜ ਦਿਓ ਚਲੋ ਜੀ 8ਵਾਂ ਤੇ 9ਵਾਂ ਕਰੋ ਜਲਦੀ
हाँ जी फटाफट दसो भी उत्तर। यस, हर्ष की उम्र 40 साल है। हर्ष की उम्र कितनी है? 40 साल। ते रीत की उम्र कितनी है? रीत 60 साल। ਤਾਂ ਦੱਸੋ ਕਿੰਨੇ ਸਾਲਾਂ ਪਹਿਲਾਂ ਉਹਨਾਂ ਦੀ ਉਮਰ ਦਾ ਅਨੁਪਾਤ 3:5 ਹੋਏਗਾ। ਹੁਣ ਦੇਖੋ 3:5 ਆਪਾਂ ਨੂੰ 3 ਬਣਾਉਣਾ ਹੈ, ਯਾਨੀ ਇੱਥੇ ਜੇ ਆਪਾਂ 30 ਲਿਖ ਦਈਏ, ਇੱਥੇ ਲਿਖ ਦਈਏ 50। ਕਿੰਨੇ ਸਾਲ ਪਹਿਲਾਂ ਹੋਇਆ? 10 ਸਾਲ ਪਹਿਲਾਂ ਹੋਇਆ ਕਿ ਨਹੀਂ ਹੋਇਆ? ਹਾਲਾਂਕਿ ਤੁਹਾਡੇ ਕੋਲ ਆਪਸ਼ਨ ਹੁੰਦਾ ਤਾਂ ਬੜੀ ਜਲਦੀ ਤੁਸੀਂ ਕਰ ਦਿੰਦੇ, ਬਟ ਫਿਰ ਵੀ ਦੇਖੋ ਹੋ ਗਿਆ ਕਿ ਨਹੀਂ ਹੋਇਆ 3:5। ਬਿਲਕੁਲ 10 ਸਾਲ ਪਹਿਲਾਂ। कितना सिंपल जा क्वेश्चन सीगा। अगे चलो, पिता अते पुत्र पिता अते पुत्र दा जिहड़ा रेशो दे रखा है वो है 5:1। किन्ने साल बाद? 4 साल बाद। भी जिहड़े बच्चे आ रहे हैं जा रहे हैं कि सिर्फ मत्था टेकन आ रहे होंगे? मैनूं ये दसो। जे टेक के बहना है तो स्टडी कर लो, नहीं तो क्यों घर वाले का पैसा खराब कर रहे हो? नाले तुहाडे आप दा भी टाइम खराब करते हो। लिंक नूं ओपन करना पैंदा है, फिर उन्होंने लाइक करके जाना पैंदा है। क्यों करते हो? जे क्लास ही नहीं लाउणी तो फिर क्यों डिस्टर्ब होने हो? नाले आप होने नाले सानूं डिस्टर्ब करते हो। सो मैं यही चाहना वा जिन्ने स्टूडेंट 7 बजे क्लास दे विच आ जांदे आ, 7:05 10 मिनट तक जिन्ने बजे तक भी आ जांदे आ, रेगुलर पढ़िया करो। चलो जी, पिता अते पुत्र दी 4 साल बाद जिहड़ी उम्र दा रेशो है वो 5:1 है। ठीक है जी, अगे चलो। वर्तमान उम्र दा जोड़ कितना है? 52 साल। ठीक है जी, हुण देखो इनू तो बदल नहीं सकते, इनू तो बदल नहीं सकते, तो क्यों ना ਇਹਦੇ ਵਿੱਚ किन्ने जोड़ दिए? 8 जोड़ दिंदे हैं। क्यों? क्योंकि वर्तमान का जोड़ अगर 52 साल है तो 4 साल बाद ਉਹਦੀ उम्र का जोड़ कितना होएगा? दोनों दी 8 ही तो होएगा। जोड़ दो, 60 हो गया जी। ਹੁਣ 60 ਦੇ ਵਿੱਚ ਕਿਹਦਾ ਭਾਗ ਦੇ ਦਿਓ? 6 ਦਾ। क्यों? क्योंकि ये भी 4 साल बाद की उम्र है तो ये भी इन्हां दी 4 साल बाद की उम्र है। कितना आ गया? 15। जे इत्थे लिखिया हुंदा पिता की उम्र का जोड़ 52 साल है तो सिर्फ ਇਹਦੇ ਵਿੱਚ ਆਪਾਂ 4 जोड़ते फिर। क्यों? क्योंकि वो सिर्फ पिता की उम्र की गल कर रहा होंदा। लेकिन इत्थे लिखिया है वर्तमान विच उम्र का जोड़, यानी दोनों की 52 साल है तो ਉਹਦੇ ਵਿੱਚ 4 ਤੇ 4 कितना जोड़ दो? 8 जोड़ दो। 4 साल ਇਹਦੇ भी 4 साल ਇਹਦੇ भी। 15 5 75, 15 एकम 15 बाद की उम्र है, 4 साल बाद की उम्र है। ਤਾਂ ਪੁੱਤਰ ਦੀ ਵਰਤਮਾਨ ਉਮਰ ਕੀ ਹੈ? ਉਹਨੇ ਇਹ ਪੁੱਛਿਆ ਤਾਂ ਪੁੱਤਰ ਦੀ ਵਰਤਮਾਨ ਉਮਰ ਕੀ ਹੈ? ਤਾਂ ਆਪਾਂ ਨੂੰ ਪਤਾ ਹੈ ਵੀ ਪੁੱਤਰ 4 ਸਾਲ ਬਾਅਦ ਜੇ 15 ਸਾਲਾਂ ਦਾ ਹੋਏਗਾ ਤੇ ਅੱਜ ਕਿੰਨੇ ਦਾ ਸੀਗਾ? 11 ਸਾਲਾਂ ਦਾ। ਵੀ ਜੇ ਉਹ 4 ਸਾਲਾਂ ਬਾਅਦ 15 ਸਾਲਾਂ ਦਾ ਹੋਏਗਾ ਤੇ 4 ਸਾਲ ਪਹਿਲਾਂ ਯਾਨੀ ਵਰਤਮਾਨ ਦੇ ਵਿੱਚ ਕਿੰਨੇ ਦਾ ਹੋਏਗਾ? 11 ਸਾਲਾਂ ਦਾ। आ गई गल समझ में? फटाफट दसो जल्दी। गुड भी, बहुत बढ़िया। 10 नंबर क्वेश्चन, 10 नंबर क्वेश्चन फटाफट। आज आपका खत्म करनी है ये। 10 नंबर क्वेश्चन फटाफट।
चलो जी 10 नंबर क्वेश्चन की कहता है जेकर 5 साल पहला ਉਹਨਾਂ ਦੀ ਉਮਰ ਦਾ ਡਿਫਰੈਂਸ 44 तो डिफरेंस कभी बदलता नहीं है 44 ਦਾ 44 रख लो बस ये समझ लो भी ये 5 साल पहला जे डिफरेंस 44 सालों का है तो वर्तमान ਦੇ ਵਿੱਚ ਵੀ डिफरेंस ਕਿੰਨੇ ਸਾਲਾਂ ਦਾ ਹੋਏਗਾ 44 ਦਾ ਇਹ वर्तमान ही बन गया ਹੁਣ ਇਹਦੇ ਵਿੱਚ वर्तमान ਚ ਕਿੰਨੇ ਦਾ डिफरेंस हो गया 11 ਦਾ डिफरेंस हो गया 11 ਦਾ डिफरेंस हो गया एक बार वेट करना भाई पेन की निब डिग गई वेट करो वेट वेट करना पड़ेगा बच्चों पेन की निब कैसे डिगी बच्चों वेट चलो जी सुनो सारे जने ਆਪਾਂ ਨੂੰ ਇਹਦੇ ਵਿੱਚ ਕਿਹਦਾ ਭਾਗ ਦੇਣਾ ਹੈ 11 ਦਾ ਹੁਣ 11 ਦਾ ਭਾਗ ਦਵਾਂਗੇ ਤੇ ਇੱਕ ਪਾਰਟ ਦੀ ਵੈਲਿਊ ਕਿੰਨੀ ਆ ਗਈ 4 ਆ ਗਈ ਹੁਣ ਆਪਾਂ ਨੂੰ ਪਤਾ ਹੈ 18 ਚੋਂ ਕਿੰਨਾ ਹੁੰਦਾ ਹੈ 72 ਹੈਨਾ ਔਰ 7 ਚੋਂ ਕਿੰਨਾ ਹੁੰਦਾ ਹੈ 28 ਹੁਣ ਇਹਨੇ ਕੀ ਕੀਤਾ ਹੁਣ ਆਪਾਂ ਨੂੰ ਪਤਾ ਹੈ ਵੀ ਇਹ ਵਰਤਮਾਨ ਰੇਸ਼ੋ ਸੀਗਾ ਤਾਂ ਆਪਾਂ 44 ਸਾਲ ਦਾ ਅੰਤਰ ਵੀ ਤਾਂ ਵਰਤਮਾਨ ਚ ਹੀ ਮੰਨਾਂਗੇ ਕਿਉਂਕਿ ਅੰਤਰ ਭਾਵੇਂ 5 ਸਾਲ ਪਹਿਲਾਂ ਦਾ ਹੋਵੇ ਤਾਂ ਉਹ 5 ਸਾਲ ਬਾਅਦ ਵੀ ਉਹੀ ਅੰਤਰ ਰਹਿੰਦਾ ਹੈ ਨਾ तो वर्तमान उम्र का जेड़ा आ गई इन्हां दी 72 ते 28 आ गई हां जे इत्थे लिखिया हुंदा 5 साल पहला दा अनुपात फिर आपां ये मानदे भी 72 5 साल पहला दी उम्र है पहला वर्तमान कड्डो बट हुण तां ये वर्तमान ही है आगे चलो तो 8 साल बाद पुत्र दी उम्र कितनी होएगी 8 साल बाद पुत्र दी उम्र कितनी होएगी दसो 36 साल हो जाएगी कि नहीं हो जाएगी यस या नो फटाफट दसो भी समझ आया कि नहीं आया कांसेप्ट बिल्कुल दीपकगण सही है ਤੁਹਾਡਾ बाकी बच्चे भी दसो भी ये गल समझ आई कि नहीं आई देखो आपा ਇਹੋ ਜਿਹਾ क्वेश्चन पहला भी ਕੀਤਾ ਸੀਗਾ ਇਹ ਆ ਦੇਖੋ ਧਿਆਨ ਨਾਲ ਇੱਥੇ ਆਪਣੇ ਕੋਲੇ अंतर ਤਾਂ ਸੀਗਾ ਇਹ ਅੰਤਰ ਜਿਹੜਾ ਸੀ ਵਰਤਮਾਨ ਸੀ ਬਟ ਰੇਸ਼ੋ ਕਿੰਨੇ ਸਾਲ ਪਹਿਲਾਂ ਦਾ ਸੀਗਾ 5 ਸਾਲ ਪਹਿਲਾਂ ਦਾ ਇਸ ਕਰਕੇ ਆਪਾਂ ਇਹ ਗੱਲ ਕਹੀ ਸੀ ਵੀ ਰਾਮ 5 ਸਾਲ ਪਹਿਲਾਂ 10 ਸਾਲ ਦਾ ਸੀਗਾ ਤੇ ਵਰਤਮਾਨ ਦੇ ਵਿੱਚ 15 ਦਾ ਹੋਏਗਾ ਬਟ ਇਹ ਕੁਐਸਚਨ ਸੇਮ ਟੂ ਸੇਮ ਹੈ ਬਟ ਇਹਦੇ ਵਿੱਚ ਜਿਹੜਾ ਰੇਸ਼ੋ ਹੈ ਇਹ ਤਾਂ ਵਰਤਮਾਨ ਹੈ ਨਾ ਇਹ ਜਿਹੜਾ ਰੇਸ਼ੋ ਹੈ ਇਹ ਕੀ ਹੈ ਵਰਤਮਾਨ ਤੇ ਇਹਦਾ ਮਤਲਬ ਇਹ ਹੋਇਆ ਵੀ 5 ਸਾਲ ਪਹਿਲਾਂ ਜੇ ਉਹਨਾਂ ਦੀ ਉਮਰ ਦਾ ਅੰਤਰ 44 ਸੀਗਾ ਤਾਂ ਅੱਜ ਵੀ ਅੰਤਰ ਕਿੰਨਾ ਹੋਏਗਾ 44 ਹੀ ਹੋਏਗਾ ਅੰਤਰ ਕਦੀ ਵੀ ਬਦਲਦਾ ਨਹੀਂ ਹੈ ਇੱਥੇ ਆ ਕੇ ਆਪਾਂ ਨੂੰ ਕੁਝ ਵੀ ਚੇਂਜ ਨਹੀਂ ਕਰਨਾ ਪਿਆ ਹੁਣ ਤਾਂ ਆ ਗਿਆ ਨਾ ਕਲੀਅਰ ਚਲੋ ਜੀ ਅੱਜ ਆਪਾਂ ਰੇਸ਼ੋ ਨੂੰ ਫਿਨਿਸ਼ ਕਰਨਾ ਹੈ ਤੇ ਇਸੇ ਕਰਕੇ ਅੱਜ ਕਰਦੇ ਹਾਂ ਆਪਾਂ ਰੇਸ਼ੋ ਦਾ ਸਟੈਪ ਨੰਬਰ ਦੂਜਾ ਆਪਾਂ ਸਟੈਪ ਨੰਬਰ ਪਹਿਲਾ ਬਿਲਕੁਲ ਕਲੀਅਰ ਕਰ ਲਿਆ ਹੁਣ ਇਹ ਗੱਲ ਧਿਆਨ ਰੱਖਣਾ ਸਟੈਪ ਨੰਬਰ ਦੂਜਾ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਜਦੋਂ दो रेशो दे रखे हों सुनो कैवें ऐसा होएगा कैवें दिता होएगा ए अते बी दी उम्र दा अनुपात ए अते बी दी उम्र दा अनुपात 5:3 है क्लियर फिर लिखा होवे 8 साल बाद की लिखा होवे 8 साल बाद ए अते बी दी उम्र दा अनुपात 7:5 हो जाए कितना हो जाए 7:5 हो जाए ता दसो
E A ਅਤੇ B ਦੀ ਵਰਤਮਾਨ ਉਮਰ ਕੀ ਹੈ। ਹੁਣ ਦੇਖਿਓ ਸਾਰੇ ਜਣੇ ਧਿਆਨ ਨਾਲ, ਕੋਈ ਵੀ ਨਾ ਕਰਨਾ ਇੱਕ ਵਾਰੀ। ਤੁਸੀਂ ਇਹ ਕੁਐਸਚਨ ਰੇਸ਼ੋ ਦੇ ਵਿੱਚ ਕਰਕੇ ਆਏ ਸੀਗੇ, ਬਸ ਉਹੀ ਕਨਸੈਪਟ ਇੱਥੇ ਜੇ ਆਪਾਂ ਨੋਰਮਲ ਦੇਖੀਏ ਤਾਂ ਲਾਉਣਾ ਹੈ। ਧਿਆਨ ਨਾਲ ਦੇਖੋ ਸਾਰੇ ਜਣੇ, ਇਸ ਕੁਐਸਚਨ ਨੂੰ ਸਮਝੋ। ਜੇ ਮੈਂ ਇੱਥੇ ਰੋਹਿਤ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਏ ਕਲਾਸ ਦੇ ਵਿੱਚ ਪਧਾਰੇ, ਬਹੁਤ ਬਹੁਤ ਧੰਨਵਾਦ। ਅੱਗੇ ਦੇਖੋ ਬਈ, A ਔਰ B ਦਾ ਜਿਹੜਾ ਰੇਸ਼ੋ ਹੈ ਉਹ 5:3 ਹੈ ਹਨਾ। ਜੇ ਮੈਂ ਇੱਥੇ ਨੋਰਮਲ ਕਵਾਂ, ਮੈਂ ਐਵੇਂ ਕਵਾਂ A ਔਰ B ਦੋ ਸੰਖਿਆਵਾਂ ਹਨ, ਉਹਨਾਂ ਦੋ ਸੰਖਿਆਵਾਂ ਦਾ ਰੇਸ਼ੋ 5:3 ਹੈ। ਜੇਕਰ ਦੋਨੋਂ ਸੰਖਿਆਵਾਂ ਦੇ ਵਿੱਚ 8 ਜੋੜਿਆ ਜਾਵੇ ਤਾਂ ਉਹ ਸੰਖਿਆਵਾਂ ਦਾ ਅਨੁਪਾਤ 7:5 ਬਣ ਜਾਂਦਾ ਹੈ। ਯਾਦ ਕਰੋ, ਇਹੋ ਜਿਹਾ ਕੁਐਸਚਨ ਕਿਤੇ ਕੀਤਾ ਸੀ ਕਿ ਨਹੀਂ ਕੀਤਾ ਸੀ, ਦੱਸੋ ਫਟਾਫਟ। ਇਹੋ ਜਿਹਾ ਕੁਐਸਚਨ ਕਿਤੇ ਕੀਤਾ ਸੀ? ਜਲਦੀ। ਕੀਤਾ ਸੀਗਾ ਤਾਂ ਬਸ, ਜੇ ਕੀਤਾ ਸੀ ਤਾਂ ਧਿਆਨ ਨਾਲ ਦੇਖੋ, ਮੈਂ ਦੱਸਿਆ ਸੀ ਤੁਹਾਨੂੰ, ਮੈਂ ਕਿਹਾ ਸੀ ਜਦੋਂ ਐਵੇਂ ਦੋ ਰੇਸ਼ੋ ਦੇ ਰੱਖੇ ਹੋਣ ਔਰ ਆਹ ਚੀਜ਼ ਦੇ ਰੱਖੀ ਹੋਵੇ, ਇੰਨੇ ਸਾਲ ਹਨਾ, ਇੰਨਾ ਜੋੜਿਆ ਜਾਵੇ, ਇੰਨਾ ਘਟਾਇਆ ਜਾਵੇ, ਤੁਸੀਂ ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਅੰਤਰ ਕਿੰਨੇ ਦਾ ਹੈ। ਇਹਦੇ ਵਿੱਚ 2 ਦਾ ਅੰਤਰ ਹੈ, ਇਹਦੇ ਵਿੱਚ ਵੀ ਕਿੰਨੇ ਦਾ ਅੰਤਰ ਹੈ, 2 ਦਾ ਅੰਤਰ ਹੈ। ਇਹਦਾ ਮਤਲਬ ਹੈ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ, ਆਹ ਵਾਲਾ ਜਿਹੜਾ ਡਿਫਰੈਂਸ ਹੈ ਸੇਮ ਹੈ ਜਾਂ ਨਹੀਂ ਹੈ। ਜਦੋਂ ਡਿਫਰੈਂਸ ਸੇਮ ਹੁੰਦਾ ਹੈ ਤਾਂ ਆ ਜਿਹੜਾ ਸਾਲ ਹੁੰਦਾ ਹੈ ਇਹਦੇ ਅੰਦਰ ਇਸ ਡਿਫਰੈਂਸ ਦਾ ਭਾਗ ਦੇ ਦਿਓ। ਇੱਕ ਪਾਰਟ ਦੀ ਵੈਲਿਊ ਕਿੰਨੀ ਆ ਗਈ, 4। ਹੁਣ ਇਸ 4 ਨੂੰ A ਨਾਲ ਵੀ ਮਲਟੀਪਲਾਈ ਕਰੋ ਤੇ B ਨਾਲ ਵੀ ਕਰੋ, ਔਰ ਕਿਹਦੇ ਨਾਲ, ਹਮੇਸ਼ਾ ਉੱਪਰ ਵਾਲੇ ਨਾਲ ਕਰਨਾ ਹੈ। ਸਭ ਦਾ ਮਾਲਿਕ ਇੱਕ ਹਨਾ, ਸਭ ਦਾ ਰੱਬ ਇੱਕ, ਔਰ ਉਹ ਕਿਹੜਾ ਹੈ, ਜਿਹੜਾ परमात्मा ऊपर बैठा है, यानी पहले नंबर पे बैठा है। तो बस ਇਹਦੇ ਨਾਲ ਮਲਟੀਪਲਾਈ ਕਰਨਾ ਹੈ ਹਮੇਸ਼ਾ। ਤਾਂ ਦੇਖੋ A ਦੀ ਉਮਰ ਕਿੰਨੀ ਆ ਗਈ, 4 5 20, ਤੇ B ਦੀ ਉਮਰ ਕਿੰਨੀ ਆ ਗਈ, 4 3 12। ਆ ਲਓ ਜੀ, ਕਿੰਨੀ ਆ ਗਈ, 4 3 12। ਤਾਂ ਉਹਨੇ ਇਹੀ ਪੁੱਛਿਆ ਸੀ ਵੀ A ਅਤੇ B ਦੀ ਵਰਤਮਾਨ ਉਮਰ ਕੀ ਹੈ, ਤਾਂ 20 ਤੇ 12 ਹੈ। ਕਿੰਨੀ ਹੈ, 20 ਤੇ 12। ਔਰ ਜੇ ਉਹ ਪੁੱਛ ਲੈਂਦਾ 8 ਸਾਲਾਂ ਬਾਅਦ ਉਹਨਾਂ ਦੀ ਉਮਰ ਕੀ ਹੋਏਗੀ, ਤਾਂ ਤੁਸੀਂ ਇਹਦੇ ਵਿੱਚ ਵਰਤਮਾਨ ਕੱਢ ਕੇ ਹੀ 8 ਜੋੜੋਗੇ। ਪਹਿਲਾਂ ਹੀ ਬੋਲ ਰਹਾ ਮੈਂ, ਵਰਤਮਾਨ ਕੱਢ ਕੇ, ਯਾਨੀ ਤੁਸੀਂ ਹਮੇਸ਼ਾ ਉੱਪਰ ਵਾਲੇ ਦੇ ਨਾਲ ਹੀ ਮਲਟੀਪਲਾਈ ਕਰਨਾ ਹੈ। ਔਰ ਫਿਰ ਉਹਨੇ ਕਿਹਾ 8 ਸਾਲਾਂ ਬਾਅਦ ਉਹਨਾਂ ਦੀ ਉਮਰ ਕੀ ਹੋਏਗੀ, ਇਹਦੇ ਵਿੱਚ 8 ਜੋੜ ਦਿਓ। ਇਹ ਤਾਂ ਹੋਏਗਾ 28 ਦਾ, ਇਹ ਹੋਏਗਾ 20 ਦਾ। ਤੁਸੀਂ ਕਹੋਗੇ ਸਰ 4 7 28, 4 5 20, ਸਰ ਐਵੇਂ ਕਿਉਂ ਨਹੀਂ ਤੁਸੀਂ ਦੱਸ ਰਹੇ। ਮੈਂ ਇਸ ਕਰਕੇ ਨਹੀਂ ਦੱਸ रहा क्योंकि ये क्वेश्चन कोई फिक्स नहीं है कि डिफरेंस सेम वाला ही आएगा। ये गल ध्यान रखना, डिफरेंस सेम वाला ही आएगा, ये कोई श्योर नहीं है। इज दैट क्लियर? इस करके तुसी नॉर्मल हमेशा ऊपर वाली रकम ना ही मल्टीप्लाई करना है, तो वो हमेशा जेडी भी रकम होएगी ओदे विच ही जोड़ना है ते घटाना है। क्लियर? पहली चीज समझ आ गई कि डिफरेंस की होना चाहिए है, सेम होना चाहिए है। तुसी कहने हो सर जे डिफरेंस सेम ना होवे फिर की करिए, जे सर डिफरेंस सेम ना होवे तां फिर की करिए, तां फिर की करना है, पहला एक बार ध्यान नाल इनू ही समझो। जिहदे विच डिफरेंस सेम होंदा है, ये होर किस तरीके नाल बनदा है, सुनियो। 5 साल पहला A ਅਤੇ B, 5 ਸਾਲ ਪਹਿਲਾਂ A ਅਤੇ B ਦੇ ਆਯੂ ਦਾ ਜਿਹੜਾ ਰੇਸ਼ੋ ਹੈ ਉਹ ਹੈ ਜੀ 2:5। ਫਿਰ ਕਹਿ ਦਿੱਤਾ
4 ਸਾਲਾਂ ਬਾਅਦ 4 ਸਾਲਾਂ ਬਾਅਦ A ਅਤੇ B ਦੀ ਆਯੂ ਦਾ ਜਿਹੜਾ ਡਿਫਰੈਂਸ ਹੈ ਉਹ ਹੈ ਜੀ 5:8। 5 ਅਨੁਪਾਤ ਕਿੰਨਾ ਹੈ 8। ਫਿਰ ਪੁੱਛਿਆ ਕਿ ਤਾਂ ਦੱਸੋ ਕਿ A ਅਤੇ B ਦੀ ਵਰਤਮਾਨ ਉਮਰ ਕੀ ਹੋਏਗੀ। सेम क्वेश्चन। हुण देखो सारे जने की करना है, पहला यही देखो डिफरेंस 3 दा आया जी, ਇਹਦੇ ਵਿੱਚ डिफरेंस 3 दा आया जी। डिफरेंस की है सेम है ना, ਇਹਦਾ मतलब है डिफरेंस थल्ले जाएगा। बट हुण अपने कोले ਇੱਥੇ ਤਾਂ है 5 साल पहला, ਇੱਥੇ है 4 साल बाद, ਤੁਸੀਂ ਦੋਨों ਨੂੰ ਜੋੜ ਦਿਓ ਕਿੰਨਾ ਆ ਗਿਆ 9। कितना आ गया 9। ਇਹਦੇ ਵਿੱਚ ਤਾਂ ਸੀਗਾ ਸਿਰਫ ਔਰ ਸਿਰਫ ਕੀ ਕੱਲਾ ਇੱਕ ਹੀ ਸੀਗਾ 8 ਸਾਲਾਂ ਬਾਅਦ। ਹੁਣ ਇਹਦੇ ਵਿੱਚ ਦੋ ਦੇਤੇ, ਇੱਕ ਤਾਂ ਦੇਤਾ 5 ਸਾਲ ਪਹਿਲਾਂ ਦਾ ਤੇ ਇੱਕ ਦੇਤਾ 4 ਸਾਲ ਬਾਅਦ ਦਾ, ਦੋਨਾਂ ਨੂੰ ਜੋੜ ਦਿਓ 9 ਆ ਗਿਆ। ਕਿੰਨਾ ਆ ਗਿਆ ਇਹਦੇ ਵਿੱਚ 3। 3 दूनी 6, A ਦੀ ਉਮਰ ਆ ਗਈ 6, B ਦੀ ਉਮਰ ਆ ਗਈ 15। लेकिन ਕੀ ਇਹ ਵਰਤਮਾਨ ਉਮਰ ਹੈ, की आर वर्तमान उम्र है? नहीं, ये केड़ी उम्र है 5 साल पहला वाली उम्र है। जे आपां कहिए भी 5 साल पहला ए 6 साल दा सीगा तो अज वर्तमान दे विच किन्ने सालां दा होएगा 11 सालां दा, और B किन्ने सालां दा होएगा 20 सालां दा। दसो भाई आया समझ विच कि नहीं आया, फटाफट दसो समझ आया या नहीं, जल्दी। यानी बाद वर्ड देता तो तुसी एक ही लिखिया सीगा, हुण अपने कोले इस क्वेश्चन विच एवें भी आ जाए तो एवें भी आ जाए तो तुसी दोनों नूं जोड़ दो, बस गल खत्म। जसविंदर जी की गल समझ नहीं आई, दसो मैनू फटाफट। जसविंदर जी जल्दी दसो भाई की समझ नहीं आया। पुनीत शर्मा देखो भाई ਆਪਾਂ ਨੂੰ ਪਿਛਲੇ ਪ੍ਰਸ਼ਨ ਵਿੱਚ ਕੀ ਦਿੱਤਾ ਸੀਗਾ, A ਦਾ ਰੇਸ਼ੋ 5:3, B ਦਾ ਇਹਦਾ ਐਵੇਂ ਸੀਗਾ ਹਨਾ। ਇਹਦੇ ਵਿੱਚ ਸਿਰਫ ਦੇ ਰੱਖਿਆ ਸੀਗਾ ਵੀ 8 ਸਾਲ ਬਾਅਦ, ਤਾਂ ਸਿਰਫ ਆਪਾਂ 8 ਚੱਕਿਆ ਔਰ ਥੱਲੇ 2 ਦਾ ਭਾਗ ਲਾ ਕੇ ਆਪਣੇ ਕੋਲੇ ਇਹ ਚੀਜ਼ ਆ ਗਈ। ਕਲੀਅਰ। ਇੱਥੇ ਕੀ ਕਿਹਾ ਆਪਾਂ ਨੂੰ, ਇੱਥੇ ਦੇਤਾ 5 ਸਾਲ ਪਹਿਲਾਂ A और B ਦੀ ਉਮਰ ਦਾ ਰੇਸ਼ੋ ਕਿੰਨਾ ਹੈ 2:5, ਇੱਥੇ 5:8। ਅੰਤਰ ਹਜੇ ਵੀ ਸੇਮ ਹੈ, ਤਾਂ ਅੰਤਰ ਥੱਲੇ ਲਾਵਾਂਗੇ, ਇਹਨਾਂ ਦੋਨਾਂ ਨੂੰ ਜੋੜ ਦੋ। क्यों? क्योंकि ਆਪਾਂ ਨੂੰ ਪਤਾ ਹੈ ਕਿ ਇਹ 5 ਸਾਲ ਪਹਿਲਾਂ ਹੈ, ਇਹਨੂੰ ਪਹਿਲਾਂ ਵਰਤਮਾਨ ਤੇ ਲੈ ਕੇ ਆਉਣਾ ਪਏਗਾ, ਤਾਂ 5 ਜੋੜਨੇ ਪੈਣਗੇ। ਫਿਰ 4 ਸਾਲਾਂ ਬਾਅਦ ਦੋਨਾਂ ਨੂੰ ਹੋਰ ਜੋੜ ਦੋ, ਟੋਟਲ ਕਿੰਨੀ ਰਾਸ਼ੀ ਆ ਗਈ 9 ਆ ਗਈ। ਕਿੰਨੀ ਆ ਗਈ 9। 9 ਦੇ ਵਿੱਚ 3 ਦਾ ਭਾਗ ਦਿੱਤਾ, ਕਿੰਨਾ ਆਇਆ 3। फिर 3 दूनी 6, 3 5 15। ਹੁਣ ਆ ਜਿਹੜੀ ਉਮਰ ਆਈ ਹੈ ਇਹ ਆਈ ਤਾਂ 5 ਸਾਲ ਪਹਿਲਾਂ ਦੀ ਹੈ ਨਾ, ਕਿਉਂਕਿ ਰੇਸ਼ੋ ਤਾਂ 5 ਸਾਲ ਪਹਿਲਾਂ ਦਾ ਹੀ ਹੈ ਨਾ। ਹੁਣ 5 5 ਜੋੜ ਦੋ। ਚਲੋ ਜੀ ਹੁਣ ਦੇਖਿਓ ਧਿਆਨ ਨਾਲ, ਇਹਦਾ ਹੀ ਤੀਜਾ ਕਨਸੈਪਟ, ਯਾਨੀ ਆਪਾਂ ਦੋ ਕੁਐਸਚਨ ਕਰ ਲਏ ਇਹਦੇ, ਹੁਣ ਤੀਜਾ ਕੁਐਸਚਨ ਕੀ ਬਣਦਾ ਹੈ ਧਿਆਨ ਨਾਲ ਦੇਖਣਾ। ਸਾਰੇ ਜਣੇ ਧਿਆਨ ਨਾਲ ਦੇਖਣਾ ਵੀ, ਜੇ ਉਹਨੇ ਐਵੇਂ ਕਹਿਤਾ 4 ਸਾਲ ਪਹਿਲਾਂ, 4 ਸਾਲ ਪਹਿਲਾਂ ਕਮਲ ਅਤੇ ਵਿਮਲ
ਕਮਲ ਅਤੇ ਵਿਮਲ ਦੀ ਆਯੂ ਦਾ ਅਨੁਪਾਤ 3:4 ਹੈ। ਕਿੰਨਾ ਹੈ? 3:4। ਫਿਰ कहता 6 ਸਾਲਾਂ ਬਾਅਦ 6 ਸਾਲਾਂ ਬਾਅਦ ਉਹੀ ਰੇਸ਼ੋ ਹੋ ਗਿਆ 14:17। ਕਿੰਨਾ ਹੋ ਗਿਆ? 14:17। ਤਾਂ ਦੱਸੋ ਕਿ ਕਮਲ ਅਤੇ ਵਿਮਲ ਦੀ ਵਰਤਮਾਨ ਉਮਰ ਕੀ ਹੈ। ਹੁਣ ਸੁਣਨਾ ਸਾਰੇ ਜਣੇ, ਤੁਸੀਂ ਕੀ ਕਰੋਗੇ? ਕੁਐਸਚਨ ਤਾਂ ਸੇਮ ਹੋ ਜਾਈਏ ਨਾ ਜਿਹੜਾ ਆਪਾਂ ਕਰਕੇ ਆਏ ਆ, ਬਟ ਆ ਦੇਖੋ ਇਹਦੇ ਵਿੱਚ ਕਿੰਨੇ ਦਾ ਡਿਫਰੈਂਸ ਹੈ? ਕਿੰਨੇ ਦਾ ਡਿਫਰੈਂਸ ਹੈ? 11 ਦਾ। ਔਰ ਇਹਦੇ ਵਿੱਚ ਡਿਫਰੈਂਸ ਕਿੰਨੇ ਦਾ ਹੈ? 13 ਦਾ। ਕੀ डिफरेंस बराबर आया या नहीं आया? की डिफरेंस बराबर आया? फटाफट दसो, की डिफरेंस बराबर आया? दसो फटाफट। नहीं आया। हुण जे डिफरेंस बराबर नहीं आया तो तुसी इत्थे हुण अगली नियम लाओगे कि ਜਦੋਂ डिफरेंस बराबर नहीं आउंदा सी ਤਾਂ ਆਪਾਂ ਇਹਨੂੰ ਇੱਥੇ ਰੱਖਦੇ ਸੀ ਕਿ ਨਹੀਂ ਰੱਖਦੇ ਸੀਗੇ? ਬਸ ਉਹੀ ਕਨਸੈਪਟ। 4 ਸਾਲ ਪਹਿਲਾਂ 6 ਸਾਲ ਬਾਅਦ ਤੁਸੀਂ ਇੱਥੇ 10 ਰੱਖ ਲਓ, ਦੋਨਾਂ ਨੂੰ ਜੋੜ ਦਿਓ ਜਿਵੇਂ ਪਹਿਲਾਂ ਜੋੜਿਆ ਸੀ ਨਾ ਪਿਛਲੇ ਕੁਐਸਚਨ 'ਚ, ਜੋੜ ਦਿਓ। ਹੁਣ ਸੇਮ ਕਨਸੈਪਟ ਲਾਓ, ਉਹੀ ਸੇਮ रूल है नहीं, ਉਹੀ ਸੇਮ। याद है ना गाना? याद है ना सिद्धू मूसेवाले का? ਉਹੀ सेम रूल है नहीं, तो ਉਹੀ सेम रूल है, ਉਹੀ सेम क्वेश्चन है, सिर्फ वक्त बदल गए, जज्बात बदल गए, सिलसिला बदल गया, बट क्वेश्चन ਉਹੀ है। ਹੁਣ देखो 17 30 51 14 चौक 56, ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚ ਮਾਈਨਸ ਕਰਨਾ ਹੈ ਬਸ। ਕਿੰਨੇ ਦਾ ਡਿਫਰੈਂਸ ਆਇਆ? 5। ਅੱਗੇ ਚੱਲੋ, ਹੁਣ ਇਹਨੂੰ ਮਾਈਨਸ ਕਰੋ, ਸੇਮ ਕਨਸੈਪਟ। 17 ਦਾ ਆਇਆ 170, 14 ਦਾ ਆਇਆ 140, ਕਿੰਨੇ ਦਾ ਡਿਫਰੈਂਸ ਆਇਆ? 30 ਦਾ ਡਿਫਰੈਂਸ ਆ ਗਿਆ। ਹੁਣ ਇਸ 30 ਦੇ ਥੱਲੇ ਕਿਹਦਾ ਭਾਗ ਦੇਣਾ ਹੈ? 5 ਦਾ। ਜਿਹੜੀ ਵੱਡੀ ਸੰਖਿਆ ਆਏਗੀ ਥੱਲੇ ਵਾਲੀ ਆਏਗੀ, ਯਾਨੀ 30 ਦੇ ਵਿੱਚ ਕਿਹਦਾ ਭਾਗ ਦੇ ਦਿਓ? 5 ਦਾ। ਕਿੰਨਾ ਆ ਗਿਆ? 6 ਆ ਗਿਆ ਕਿ ਨਹੀਂ ਆ ਗਿਆ? ਕਿੰਨਾ ਆ ਗਿਆ? 6। ਇੱਥੋਂ ਤੱਕ ਦੱਸੋ ਬਈ ਸਮਝ ਆਇਆ ਜਾਂ ਨਹੀਂ ਆਇਆ? फटाफट दसो, इत्थों तक समझ आया कि नहीं आया? जल्दी। ओके क्लियर। हुण देखो अपने कोले 6 आया, गुणा किहदे नाल करना है? दसो गुणा किहदे नाल करना है? उपर वाले दे नाल। आ लो जी, कमल ते विमल। कितना आया? 6 3 18 और 6 चौक 24। कितना आ गया? 6 चौक 24। आ जिहड़ी उम्र है ये वर्तमान तो नहीं है ना, ये तो किन्ने साल पहला दी उम्र है? 4 साल पहला दी उम्र है। हुण 4 साल पहला दी उम्र अगर 18 है तो वर्तमान दे विच कमल किन्ने दा होएगा? कमल 22 सालां दा होएगा। और विमल किन्ने सालां दा होएगा? 28 सालां दा होएगा। तो उत्तर आ गया कि नहीं आ गया कि कमल अते विमल दी वर्तमान उम्र किन्नी है? 22 ते 28। हुण देखो जे तुसी इस 6 नूं थल्ले वाले नाल गुणा करदे हो, 14 6
84, यानी ਇਹਦੇ ਕਹਿਣ ਦਾ ਭਾਵ ਇਹ ਹੋਇਆ ਵੀ 6 ਸਾਲਾਂ ਬਾਅਦ ਉਹਦੀ ਉਮਰ 84 ਹੋਏਗੀ। ਨਹੀਂ ਜੀ, ਮੈਂ ਦੱਸਿਆ ਸੀ ਨਾ ਕਿ ਤੁਸੀਂ ਕਦੇ ਵੀ ਥੱਲੇ ਵਾਲੀ ਨਾਲ ਮਲਟੀਪਲਾਈ ਨਾ ਕਰਿਓ। ਜੇ ਉਹਨੇ ਪੁੱਛਿਆ ਹੋਵੇ ਨਾ ਕਿ 6 ਸਾਲਾਂ ਬਾਅਦ ਉਹਨਾਂ ਦੀ ਉਮਰ ਕੀ ਹੈ, ਆ ਦੇਖੋ ਧਿਆਨ ਨਾਲ, ਵਰਤਮਾਨ ਦੇ ਵਿੱਚ ਇਹ 22 ਸਾਲ ਦਾ ਹੈ, 6 ਸਾਲਾਂ ਬਾਅਦ ਕਿੰਨੇ ਦਾ ਹੋ ਜਾਏਗਾ, 28 ਦਾ, ਔਰ ਆ 6 ਸਾਲਾਂ ਬਾਅਦ ਕਿੰਨੇ ਦਾ ਹੋ ਜਾਏਗਾ, 34 ਦਾ। 84 ਤੇ ਨਹੀਂ ਆਇਆ ਨਾ, ਇਹ ਗੱਲ ਯਾਦ ਰੱਖਣਾ, ਗਲਤੀ ਨਾ ਕਰ ਦਿਓ ਕਿਤੇ ਥੱਲੇ ਵਾਲੇ ਨਾਲ ਗੁਣਾ ਕਰ ਦੋ, ਫਿਰ ਕਹੋਗੇ ਆ ਕੀ ਕਰਤਾ, ਫਿਰ ਕਹੋਗੇ ਇੱਥੇ ਹੀ ਰੋਲਾ ਪੈ ਗਿਆ। ਦੱਸੋ ਬਈ ਸਮਝ ਆਇਆ ਕਨਸੈਪਟ ਕਿ ਨਹੀਂ ਆਇਆ, ਕਿ ਜੇਕਰ डिफरेंस बराबर हुंदा है, जे डिफरेंस बराबर हुंदा है ਤਾਂ ਆਪਾਂ ਕੀ ਕਰਾਂਗੇ, ਸਿੰਪਲ ਜੋੜ ਕੇ ਭਾਗ ਦੇ ਦਾਂਗੇ ਔਰ ਉੱਪਰ ਵਾਲੀ ਨਾਲ ਮਲਟੀਪਲਾਈ ਕਰ ਦਾਂਗੇ। ਔਰ ਜੇਕਰ ਕੀ ਨਾ ਹੋਵੇ, ਜੇਕਰ ਭਾਗ ਜਿਹੜਾ ਡਿਫਰੈਂਸ ਹੈ ਉਹ ਬਰਾਬਰ ਨਾ ਹੋਵੇ ਤਾਂ ਆਪਾਂ ਇਹਨਾਂ ਦੋਨਾਂ ਨੂੰ ਜੋੜਾਂਗੇ। 6 ਤੇ 4 ਕਿੰਨਾ ਹੋ ਗਿਆ, 10 ਹੋ ਗਿਆ, 10 ਥੱਲੇ ਰੱਖਾਂਗੇ। ਫਿਰ 17 3 51, 14 ਚੋਕ 56, 56 ਚੋਂ 51 ਘਟਾਓ, ਭਾਵੇਂ 51 ਚੋਂ 56 ਘਟਾਓ, ਤੁਹਾਨੂੰ ਲਿਖਣਾ ਹਮੇਸ਼ਾ ਪਲੱਸ ਦਾ ਹੈ। 5 ਆ ਗਿਆ, इधर 170, इधर 140, अंतर किन्ने दा आ गया, 30 दा। 30 दे विच 5 दा भाग देवांगे, किन्ना आ गया, 6। 6 तीए किन्ना होंदा है, 18, ते 6 चो किन्ना होंदा है, 24। कमल ते विमल दी उम्र किन्नी आ गई, 18 ते 24। ये किन्ने साल पहला दी आ गई, 4 साल पहला दी आ गई। किन्ने साल पहला दी आ गई, 4 साल पहला दी। तो वर्तमान दे विच किन्ने दी होएगी, 22 ते 28, 22 ते 28। तो हुण उन्हें अगे जो पूछा होएगा दस दे रहे हो। दसो भाई क्लियर हो रहा है ना, कंसेप्ट क्लियर हो रहा है या नहीं हो रहा, फटाफट दसो। चलो जी, हुण जे आ क्वेश्चन एवें आ जाए सिंपल, एवें दे देवे ए अते बी दी उम्र दा अनुपात 4:5 है, और फिर कह देवे 6 साल बाद इन्हां दी जिहड़ी उम्र है वो 14:17 हो जाए, तां दसो ए अते बी दी उम्र की है, फटाफट दसो। हुण देखो इत्थे की करांगे आपां, इत्थे एक ही नियम होना, देखो डिफरेंस चेक करो, 10 इत्थे 12, डिफरेंस तो बराबर है ही नहीं। डिफरेंस बराबर नहीं है, की करांगे हुण, अपने कोले आ वर्ड तो है ही नहीं, सिर्फ 6 पे है, 6 ला दो इत्थे। 17 चौक 68, 14 5 70, किन्ने दा अंतर आ गया, 2 दा। 17 6 102 है ना, 17 7 119 होंदा है भी, 17 7 119, 17 6 है 102, हाँ बिल्कुल। 14 6 14 चौक 56, 14 5 70, 14 6 84 है ना, ये 84 माइनस कर दो। 12 जो 4 गए 8, 9 चो 8 गया 1, 18 आ गया, 18 दे विच किहदा भाग दो, 2 दा। एक पार्ट दी वैल्यू कितनी आ गई, 9, 9 चौक 36 ते 9 5 45, 9 चौक 36 ते 9 5 45। दसो भाई समझ आ गया कि नहीं आया। हुण मैनूं दसो जिन्ने भी कैंडिडेट बैठे ने, जिन्ना भी मैं समझाया हुण तक मैथ दे विच, सारा समझ आया कि नहीं आया तुहानूं सारिआं नूं, फटाफट दसो जल्दी।
गुड भी बहुत बढ़िया। चलो जी हुण इसी क्वेश्चन नूं किवें चेंज करके दिंदा एग्जाम वाला वो देखो। इसी क्वेश्चन नूं हुण तुहानूं तरीका पता लग गया एग्जाम वाला चेंज किवें करता है, देखियो ध्यान नाल। एग्जाम ओरिएंटेड ठीक है ना, एग्जाम ओरिएंटेड क्वेश्चन किवें बनाउंदा है एग्जाम वाला, एवें कहेगा। देखो पूरा क्वेश्चन लिख रहा मैं, अभिषेक दी उमर काजल दी उमर अभिषेक दी उमर काजल दी उमर दा 3 गुना है। क्लियर, अभिषेक की उम्र काजल की उम्र का कितने गुना है, 3 गुना है। 10 साल बाद अभिषेक की उम्र काजल की उम्र का काजल की उम्र का दुगना हो जाती है। कितनी हो जाती है, दुगनी हो जाती है। ता दसो कि अभिषेक पांच साल बाद की उम्र होएगी। 5 साल बाद की उम्र होएगी। हुण देखो सारे जने ये एग्जाम रिलेटेड क्वेश्चन है, एवें पढ़ेगा एग्जाम दे विच यही थी। देखो आ अभिषेक आ काजल, अभिषेक की उम्र काजल की उम्र का 3 गुना, यानी अगर काजल 1 है अभिषेक कितना हो गया 3, यानी तुहानू रेशो बनाना पएगा, दिता नहीं होएगा। फिर उन्हें की किया 10 साल बाद की क्या, अभिषेक की उम्र काजल की उम्र का दुगना, यानी काजल जे फिर 1 है अभिषेक कितना है 2। ये गल याद रखना, इनू रेशो च तुसी कन्वर्ट करना है। हुण देखो ਇਹਦੇ ਵਿੱਚ ਤਾਂ डिफरेंस है, ਇਹਦੇ ਵਿੱਚ डिफरेंस है ही नहीं, ਇਹਦਾ मतलब है कि डिफरेंस बराबर नहीं है। ਜਦੋਂ डिफरेंस बराबर नहीं होएगा ਆਪਾਂ ਕਿਹੜਾ ਨਿਯਮ ਲਾਉਣੇ ਆ, क्रॉस मल्टीप्लाई वाला, यानी ਇੱਥੇ 10 ਰੱਖ ਦੋ ਇੱਥੇ ਵੀ 10 ਰੱਖ ਦੋ, क्रॉस मल्टीप्लाई करो 3 एकम 3 2 एकम 2, यानी 3 ਦੇ ਵਿੱਚੋਂ 2 ਗਿਆ 1, 10 एकम 10 10 गुणी 20, यानी 20 ਦੇ ਵਿੱਚੋਂ ਕਿੰਨਾ ਗਿਆ 10 ਗਿਆ, कितना आया 10। ਹੁਣ 10 ਦੇ ਵਿੱਚ ਕਿਹਦਾ ਭਾਗ ਦੇਣਾ ਹੈ 1 ਦਾ, ਸੇਮ ਥੀਮ ਬਣ ਗਈ, ਕਿੰਨੀ ਆ ਗਈ 10, 10 30 है 30, 10 एकम 10, यानी कि अभिषेक की ਜਿਹੜੀ ਉਮਰ ਹੈ ਉਹ ਤਾਂ ਕਿੰਨੇ ਸਾਲ ਆ ਗਈ 30 ਸਾਲ, ਤੇ ਕਾਜਲ ਦੀ ਉਮਰ ਕਿੰਨੀ ਆ ਗਈ 10 ਸਾਲ ਆ ਗਈ। ਹੁਣ ਉਹਨੇ ਪੁੱਛਿਆ ਕਿ ਆਪਾਂ ਨੂੰ ਇਹ ਤਾਂ ਵਰਤਮਾਨ ਆ ਗਈ ਨਾ, ਇਹਨੇ ਪੁੱਛਿਆ ਕਿ 5 ਸਾਲਾਂ ਬਾਅਦ ਦੀ ਉਮਰ ਦੱਸੋ ਕਿਹਦੀ, ਅਭਿषेक ਦੀ। अभिषेक 5 साल बाद किन्ने दा हो जाएगा दसो भाई, 35 दा हो जाएगा। किन्ने दा हो जाएगा 35 दा हो जाएगा 35। दसो भाई समझ आ रहा है ना। हुण इहो जिहा एक क्वेश्चन होर दसदा तुहानूं मैं, एग्जाम ओरिएंटेड क्वेश्चन। छे साल पहला सुशील दी उमर 5 साल पहला सुशील दी उमर स्नेहा दी उमर दा 3 गुना है।
एक लगेगी भी, तीन गुणा है। ठीक है जी, सुशील की उम्र स्नेहा की उम्र की कितनी है, 3 गुणा। 10 साल बाद सॉरी 6 साल बाद, चेंज कर देना आप, 6 साल बाद सुशील की उम्र सुशील की उम्र स्नेहा की उम्र की 5/3 हो जाएगी। तो दसो सुशील की वर्तमान उम्र की है, दसनी की आपां नूं सुशील की वर्तमान उम्र की है। हाँ जी, हुण देखना सारे जने, आपा लिखिया इत्थे सुशील, इत्थे लिखता स्नेहा, ये दे रखी है 6 साल पहला, कितनी है 3 गुणा केदी सुशील की उम्र, सुशील की उम्र कितनी है 3 गुणा केदी स्नेहा की उम्र की। अगे 6 साल बाद 6 साल बाद सुशील की उम्र स्नेहा की उम्र की 5/3। याद करो जो बटा विच रकम आवे, कुछ दस्या सी मैं, जेड़ा पहला आवेगा ਉਹਦੇ वास्ते पहले नंबर ते है, आ लो जी, जेड़ा बाद च आएगा ਉਹਦੇ वास्ते बाद वाली है। दसो भी समझ आया ना, बहुत इंपोर्टेंट गल दसी तुहानू मैं, इत्थे तुसी फसदे होंदे हो, मैनू पता है। हुण देखो 6 ते 6 कितना हो गया 12, आपां नू पता है, देखो ध्यान नाल, इत्थे डिफरेंस कितना है 2, इत्थे डिफरेंस कितना है 2, भाव भाव जल्दी दसो, भाव आएगा कि दोनों का डिफरेंस सेम है। तो आपां नू थल्ले लिखण की बजाय साइड ते लिख लो, और इहदे विच किहदा भाग दे दो 2 का, कितनी आ गई 6, 6 ती है 18 और 6 एकम 6, आ जिहड़ी उम्र आ गई किहड़ी उम्र आ गई, ये उम्र आ गई 6 साल पहला दी। जे 6 साल पहला सुशील 18 साल का सीगा ते अज किन्ने दा होएगा, अज किन्ने दा होएगा 24 साल का होएगा। जे 6 साल पहला 18 साल का सीगा तो अज किन्ने दा हो जाएगा 24 साल का हो जाएगा। यस भाई, फटाफट दसो, हुण समझ आया भी पेपर दे विच क्वेश्चन किवें होंदे ने, फटाफट दसो। आई होप कि शायद तुसी आ चीज कदी नहीं सीखी होएगी जिहड़ी मैं सिखाई अज, और आ वाली तो मैनूं लगदा तुसी कदे भी नहीं सीखी होएगी। आ वाली कि पहला आए तो पहला, दूजा आए दूजा। गुड जसविंदर, बहुत बढ़िया। बहुत ही बढ़िया भी सारे बच्चों ने। चलो जी, अज अपना लैक्चर इत्थे समाप्त होंदा है, और अपनी जिहड़ी एज है, आयु है, वो तुहाडे जिहड़े लैवल दे विच होनी है पेपर दे विच, वो बिल्कुल समाप्त हो गई है। ठीक है ना। हुण तुहानूं कल कल 100% श्योर है, हाँ कल मैं फ्री हाँ बिल्कुल, कल मैं तुहानूं परसेंटेज वाले क्वेश्चन तुहानूं सारिआं नूं मिल गए, तुहानूं रेशो वाले ते एज वाले, ये दोनों भी तुहानूं मिल जाएंगे। ठीक है ना, विद आंसर दे नाल तुसीं कर लिओ सारे जने। ठीक है, सारे जने कर लिओ। और कुछ क्वेश्चन ना एज वाले तुसीं ऑप्शन दे नाल भी कर सकते हो, कुछ क्वेश्चन
ਪਰ ਮੈਂ ਤਾਂ ਕਹੂੰਗਾ ਜਿਹੜਾ ਦੱਸਿਆ ਹੋਇਆ ਤੁਸੀਂ ਸਾਰੇ ਜਣੇ ਐਵੇਂ ਹੀ ਕਰਿਓ, ਈਜ਼ੀ ਰਹੇਗਾ। ਚਲੋ ਜੀ, ਮਿਲਦੇ ਆ ਨਵੇਂ ਸੈਸ਼ਨ ਦੇ ਵਿੱਚ। ਉਦੋਂ ਤੱਕ ਲਈ ਸਾਰਿਆਂ ਨੂੰ ਰੱਬ ਰਾਖਾ, ਧੰਨਵਾਦ, ਸ਼ੱਬਾ ਖੈਰ। ਔਰ ਨਵੀਂ ਜਿਹੜੀ ਕਲਾਸ ਹੈ ਰੀਜਨਿੰਗ ਦੀ, ਅੱਜ ਥੋੜੀ ਜੀ ਅੱਛੀ ਕਲਾਸ ਹੋਣ ਵਾਲੀ ਹੈ, ਕਿਉਂਕਿ ਮੈਂ ਲੈ ਕੇ ਆਇਆ 40 ਕੁਐਸਚਨ ਦਾ ਸੈੱਟ, ਠੀਕ ਹੈ ਜੀ। ਬਟ ਉਹ 40 ਕੁਐਸਚਨ ਦਾ ਜਿਹੜਾ ਸੈੱਟ ਹੈ ਨਾ, ਇੱਕ ਗੱਲ ਯਾਦ ਰੱਖਿਓ, ਹਿੰਦੀ ਦੇ ਵਿੱਚ ਹੈ, ਬਟ ਮੈਂ ਉਹਨੂੰ ਪੰਜਾਬੀ ਦੇ ਵਿੱਚ ਬੋਲੂੰਗਾ। ਤੁਸੀਂ ਸਾਰੇ ਜਣੇ ਫਟਾਫਟ ਉੱਤਰ ਦਿਓ, ਕਿਉਂਕਿ ਜਿੰਨਾ ਵੀ ਮੈਟਰ ਆਪਾਂ ਕੀਤਾ ਹੈ ਨਾ ਹੁਣ ਤੱਕ, ਪੇਅਰਸ ਆਫ ਅਲਫਾਬੈਟ, ਹਨਾ, ਅਲਫਾਬੈਟ ਦੇ ਵਿੱਚ ਉਹ ਸਾਰੇ ਕੁਐਸਚਨ ਪਾਤੇ ਮੈਂ ਉਹਦੇ ਵਿੱਚ, ਠੀਕ ਹੈ ਨਾ। ਸੋ ਰੈਡੀ ਰਹੋ ਸਾਰੇ ਜਣੇ 8:30 ਵਜੇ। ਓਕੇ।